ਅੱਜ ਦੇ प्रोग्राम ਦੇ ਵਿੱਚ ਅਸੀਂ ਗੱਲਬਾਤ ਹੈ ਜਿਹੜਾ ਸਿਲਸਿਲਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਹ ਖਾਸ ਤੌਰ ਦੇ ਉੱਤੇ ਰਾਜਨੀਤਿਕ ਲੋਕਾਂ ਦੇ ਸੰਬੰਧ ਦੇ ਵਿੱਚ ਹੈ। ਕਈ ਦਫਾ ਇੱਦਾਂ ਹੁੰਦਾ ਨਾਮ ਬੜੇ ਔਰ ਦਰਸ਼ਨ ਛੋਟੇ, ਉਹ ਵੀ ਹਾਲਾਤ ਹੋ ਜਾਂਦੇ ਆ। ਔਰ ਅਕਸਰ ਕਿਹਾ ਜਾਂਦਾ ਕਿ ਉਹ ਪੋਲੀਟੀਸ਼ੀਅਨ ਜੋ ਜਿਨ੍ਹਾਂ ਦੀ ਕਹਿਣੀ ਕਰਨੀ ਤੇ ਕਥਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਬਹੁਤ ਜ਼ਿਆਦਾ ਅੰਤਰ ਹੈ, ਉਹ ਭਰੋਸੇਯੋਗ ਨਹੀਂ ਹੁੰਦੇ। ਕੋਈ ਵਿਅਕਤੀ ਵੀ ਹੋਵੇ ਉਹ ਵੀ ਭਰੋਸੇਯੋਗ ਨਹੀਂ ਹੁੰਦਾ। ਪਰ ਰਾਜਨੀਤਿਕ ਲੋਕਾਂ ਬਾਰੇ ਤਾਂ ਕਰਕੇ ਵੱਡੀ ਪੱਧਰ ਦੇ ਉੱਤੇ ਗੱਲ ਕਹੀ ਜਾਂਦੀ ਹੈ ਕਿਉਂਕਿ ਉਹਨਾਂ ਦੀ ਪ੍ਰੈਜ਼ੈਂਸ, ਉਹਨਾਂ ਵੱਲੋਂ ਨਿਰਧਾਰਤ ਕੀਤੇ ਜਿਹੜੇ ਹੱਥ ਕੰਡੇ ਨੇ ਜਾਂ ਉਹਨਾਂ ਵੱਲੋਂ ਦਰਸਾਏ ਗਏ ਪ੍ਰਗਟਾਏ ਗਏ ਐਥਿਕਸ ਨੇ ਜਿਹੜੇ ਉਹ ਵੱਡੀ ਮਾਤਰਾ ਦੇ ਉੱਤੇ ਲੋਕਾਂ ਦੇ ਉੱਤੇ ਇਫੈਕਟ ਕਰਦੇ ਆ, ਲੋਕਾਂ ਦੇ ਉੱਤੇ ਅਸਰ ਅੰਦਾਜ਼ ਹੁੰਦੇ ਆ। ਬੇਅੰਤ ਲੋਕ ਨੇ। ਤੁਸੀਂ ਦੇਖੋ, ਅਗਰ ਪੋਲੀਟੀਸ਼ੀਅਨ ਲਾਮਬੰਦ ਦਾ ਕੰਮ ਕਰਨ ਦੇ ਲਈ, ਅਗਰ ਪੋਲੀਟੀਸ਼ੀਅਨ ਲੋਕਾਂ ਨੂੰ ਜੋ ਚਾਹੀਦਾ ਉਸਦੀ ਨਬਜ਼ ਹੈ ਜਿਹੜੀ ਉਹਦੇ ਹੱਥ ਦੇ ਵਿੱਚ ਹੈ, ਤਾਂ ਲੋਕ ਉਸ ਪੋਲੀਟੀਸ਼ੀਅਨ ਦੀ ਕਾਰਗੁਜ਼ਾਰੀ ਦੇ ਅੰਤਰਗਤ ਆਸਵੰਦ ਹੁੰਦੇ ਆ ਕਿ ਹਾਂ ਵੀ ਇਹ ਬੰਦਾ ਕੰਮ ਕਰਦਾ ਹੈ, ਲਾਮਬੰਦ ਹੈ। ਅਸੀਂ ਇਸ ਨੂੰ ਇਹ ਕਹਾਂਗੇ, ਦੱਸਾਂਗੇ ਕਿ ਧਰਾਤਲੀ ਲੈਵਲ ਦੇ ਉੱਤੇ ਸਾਡੀਆਂ ਆਹ ਮੰਗਾਂ ਨੇ, ਸਾਡੀਆਂ ਲੋੜਾਂ ਨੇ। ਅਗਰ ਅਸੀਂ ਇਸ ਨੂੰ ਅਗਾਊਂ ਸਮਿਆਂ ਦੇ ਸੱਦਿਆਂ ਨੂੰ ਮਿੱਥ ਕੇ ਇਸ ਤਰ੍ਹਾਂ ਕਰੀਏ ਤਾਂ ਇਹਦੇ ਵਿੱਚ ਆਹ ਕੰਮ ਹੋ ਸਕਦਾ ਹੈ। ਔਰ ਪੋਲੀਟੀਸ਼ੀਅਨ ਲਾਮਬੰਦ ਹੋ ਜਾਂਦਾ ਇਸ ਗੱਲ ਦੇ ਲਈ, ਠੀਕ ਆ ਮੇਰੇ ਪਾਸ ਕਮਿਊਨਿਟੀ ਦੀ ਫੀਡਬੈਕ ਹੈ, ਮੈਂ ਇਹਦੇ ਆਧਾਰ ਦੇ ਉੱਤੇ ਹੁਣ ਕੰਮ ਕਰਨਾ ਆਪਣੀ ਪਾਰਟੀ ਦੇ ਨਾਲ ਤੇ ਆਪਣੇ ਪੋਲੀਟੀਕਲ ਪਲੇਟਫਾਰਮ, ਚਾਹੇ ਲੈਜਿਸਲੇਸ਼ਨ ਹੋਵੇ ਤੇ ਚਾਹੇ ਹੋਵੇ ਜੀ ਆਪਣੇ ਪਾਰਲੀਮੈਂਟ। ਜਿਹਨੇ ਇੱਧਰਲੇ ਕੰਨ ਸੁਣਨਾ ਤੇ ਇੱਧਰਲੇ ਕੰਨ ਨੂੰ ਕੱਢ ਦੇਣਾ, ਜਿਹਨੇ ਇਹ ਧਾਰਨਾ ਬਣਾਈ ਹੋਈ ਹੈ ਪੰਚਾਂ ਦਾ ਕਹਿਣਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ, ਉਹਨੂੰ ਚਾਹੇ ਤੁਸੀਂ ਜਿੰਨੀ ਮਰਜ਼ੀ ਵਾਰ ਚੁਣ ਲਓ, ਜਿੰਨੀ ਮਰਜ਼ੀ ਵਾਰ ਤੁਸੀਂ ਕਹਿ ਲਓ, ਉਹਦਾ ਅਸਰ ਆਸ਼ਾਨਾ ਕੋਈ ਨਹੀਂ ਹੋਣਾ। ਕਿਉਂਕਿ ਜਿਹੜਾ ਵਿਅਕਤੀ ਸਿਰਫ ਕਹਿੰਦੇ ਨੇ ਹਰ ਕਰਕੇ ਵਕਤ ਕੱਟਦਾ ਹੈ ਪਾਰਲੀਮੈਂਟ ਦੇ ਵਿੱਚ ਬੋਲਣ ਦੇ ਵਕਤ, ਤੇ ਤੁਹਾਨੂੰ ਉਹ ਤੁਹਾਡੀ ਗੱਲ ਸੁਣ ਕੇ ਤੇ ਭੁੱਲ ਜਾਂਦਾ, ਹਰ ਇੱਕ ਨੂੰ ਹਾਂਜੀ ਹਾਂਜੀ ਕਹਿਣਾ, ਨਾ ਜੀ ਕਿਸੇ ਨੂੰ ਕਹਿਣਾ ਹੈ ਨੀਗਾ। ਤੁਹਾਡਾ ਜਿਹੜਾ ਭਰੋਸਾ ਹੈ ਉਹੀ ਖਰਾਬ ਨਹੀਂ ਹੁੰਦਾ, ਤੁਹਾਡਾ ਸਮਾਂ ਖਰਾਬ ਹੁੰਦਾ ਹੈ। ਤੁਹਾਨੂੰ ਗਲਤ ਜਿਹੜੀ ਧਾਰਨਾ ਦਿੰਦਾ, ਔਰ ਜਿਹੜਾ ਵਿਅਕਤੀ ਤੁਹਾਡਾ चुनिया हुआ नुमाइंदा अगर ਤੁਹਾਨੂੰ गलत धारणा दिंदा, then what else you expect? बिल्कुल, जब हम बात करते हैं कि पार्लियामेंट में हमारे लिए आवाज़ उठाने के लिए, आवाज़ उठाने के लिए ये इसका मतलब ये नहीं है कि हमारे जी मुल्क से सिंगर यहाँ आया है उसको अप्रिशिएट करना, यहाँ कोई कॉन्सर्ट हो रहा है उसकी अप्रिसिएशन करना, ये हमारे किसी फ़ायदे की बात नहीं है। ये हो सकता है कि आप अपने जो प्रमोटर्स हैं शोज़ के, या आपके बिज़नेस पार्टनर्स हो सकते हैं, इमिग्रेशन कंसल्टेंट्स हो सकते हैं, उनकी आवाज़ जाकर पार्लियामेंट में उठाना, ये आपके बिज़नेस प्रोपेगेंडा हो सकता है, बट इट कैन नॉट बी कम्युनिटी वर्क। तो इसलिए पार्लियामेंट में अगर खुदा न खास्ता मुंह खोल ही लिया कुछ बोलने के लिए, तो कौम के लिए कोई अच्छाई, कौम की कोई बातें, कौम के लिए कुछ सही, वो ज़रूर आप आवाज़ उठाओ और बात करो और बोलो, क्योंकि दैट इज़ व्हाट यू हैव टू से, यू हैव टू टॉक अबाउट, यू हैव टू मेंशन दैट कि हमारे कौम की ये डिमांड है, ये मांग है। मैं फ़लाना था तो कम्युनिटी इवेंट पे गया था, वहाँ इस तरह से होया, वहाँ ये बातें हुई है, ये गुफ्तगू हुई है, दिस इज़ व्हाट आवर कम्युनिटी नीड्स टू डू। लेकिन ऐसे कुछ बातें सुनने को नहीं मिलता, नथिंग। अपने कुछ कम्युनिटीज़ है उनको तो बिल्कुल पार्लियामेंट में इग्नोर किया गया है, उनका कभी नाम भी नहीं लिया जाता है, कभी कहा भी नहीं जाता ये कम्युनिटी भी मुझे सपोर्ट करते हैं, ये कम्युनिटी का भी अपना कोई मांग डिमांड्स है। जब ये काम ही नहीं करते पॉलिटिशियंस, फिर इन पॉलिटिशियंस को हमने क्या करना है? व्हाट आर वी गोना डू विद दैम? जब आप वोट देते हो ना, जब आप उनके कैंपेन में जाते हो और कैंपेन में अगर खाने पीने का सामान मिल गया, आपको बफे मिल गई, शराब मिल गया, वो खाकर सिर्फ आप ये नहीं हो जाते हो कि उनको ही आपने वोट देना है, उनके ही आपने सुनना है। आपने ये देखना है कि इस पॉलिटिशियन ने काम क्या किया है, इसका पोर्टफोलियो क्या है, व्हाट हैज़ ही डन, कोई अचीवमेंट्स भी है या नहीं है, किसी बिल में इसका कोई से है या नहीं है।
ये सारी बात देख कर फिर आपने वोट करना है, बड़े होशियार, बड़े सही तरीके से। अगला जो इलेक्शन है ना, चाहे वो फेडरल होए या प्रोविंशियल होए, इट्स गना बी वेरी वेरी इंटरेस्टिंग, क्योंकि वोटर्स अब स्मार्ट हो चुके हैं। ਤੁਸੀਂ ਗੱਲ ਕੀਤੀ ਹੈ ਨਾ ਖਾਣੇ ਦੀ। हाँ जी। ਮੈਨੂੰ ਕਈ ਦਫਾ ਬਹੁਤ ਸਾਰੀਆਂ ਗੱਲਾਂ ਨੇ, ਜਦੋਂ ਤੁਸੀਂ ਉਹਨਾਂ ਦੇ ਵਿੱਚੋਂ ਖੋਖਣਾ ਸ਼ੁਰੂ ਕਰ ਦਿਓ, ਬੜੇ ਜਵਾਬ ਮਿਲਦੇ ਆ ਤੁਹਾਨੂੰ। ਇੱਕ ਇਲੈਕਸ਼ਨ ਦੇ ਵਿੱਚ ਦੱਸਿਆ, ਕਹਿੰਦੇ ਜੀ ਸਮੋਸੇ ਖਿਲਾ ਕੇ ਕਹਿੰਦੇ ਵੀ ਲੈ ਤੁਸੀਂ ਹੁਣ ਸਾਡਾ ਨੂਣ ਖਾ ਲਿਆ, ਨੂਣ ਹਰਾਮ ਨਾ ਕਰਿਓ। ਬਜ਼ੁਰਗਾਂ ਨੂੰ ਸਮੋਸੇ ਖਿਲਾ ਕੇ ਇਹ ਗੱਲ ਕਹੀ ਜਾ ਰਹੀ ਹੈ। ਤੁਸੀਂ ਇਮੇਜਿਨ ਕਰੋ, हाँ जी। ਜੇ ਜਿਹੜੇ ਪੋਲੀਟੀਸ਼ੀਅਨ ਜਾਂ ਉਹਦੇ ਸਮਰਥਕ ਇਹ ਗੱਲ ਕਹਿ ਰਹੇ ਹੈ, ਉਹ ਪੋਲੀਟੀਸ਼ੀਅਨ ਲੰਮੇ ਸਮੇਂ ਤੋਂ ਪੋਲਿਟਿਕਸ ਦੇ ਵਿੱਚ ਹੈ, ਲੋਕਾਂ ਦੇ ਟੈਕਸ ਪੇਅਰ ਦਾ ਪੈਸੇ ਦੇ ਨਾਲ ਤਨਖਾਹ ਚੱਲਦੀ ਹੈ, ਉਹ ਟੈਕਸ ਪੇਅਰ ਦਾ ਵੀ ਤਾਂ ਨੂਣ ਖਾ ਰਿਹਾ ਨਾ जी। ਉਹ ਟੈਕਸ ਪੇਅਰ ਦਾ ਨੂਣ ਵੀ ਤਾਂ ਖਾ ਰਿਹਾ ਨਾ। ਉਹ ਉੱਥੇ ਕਿੰਨੀ ਕੁ ਵਫਾਦਾਰੀ ਨਿਭਾ ਰਿਹਾ ਹੈ। ਬਹੁਤ ਸਾਰੇ ਲੋਕਾਂ ਨੇ ਅਕਸਰ ਇਸ ਗੱਲ ਦਾ ਸਵਾਲ ਉਠਾਇਆ ਸੀ ਪਿਛਲੇ ਕੁਝ ਸਮੇਂ ਦੇ ਵਿੱਚ ਕਿ ਬਸ ਜੀ ਖਾਣ ਪੀਣ ਹੀ ਚੱਲਦਾ, ਇਸ ਤੋਂ ਵੱਧ ਤਾਂ ਹੈ ਨਹੀਂਗਾ। हाँ जी। ਇਹਦੇ ਵਿੱਚ ਸਾਨੂੰ ਇਹ ਵੀ ਦੇਖਣਾ ਪਏਗਾ ਅਸੀਂ ਖੁਦ ਕਿੰਨੇ ਜ਼ਿੰਮੇਵਾਰ ਆ। हाँ जी। ਜੇ ਅਸੀਂ ਪੋਲੀਟੀਸ਼ੀਅਨ ਨੂੰ ਇੱਕ ਦਰਸ਼ਨੀ ਘੋੜਾ ਹੀ ਬਣਾ ਕੇ ਰੱਖਾਂਗੇ, ਸਾਨੂੰ ਇਹਦੇ ਨਾਲ ਕੀ ਆ, ਸਾਡੀ ਤਾਂ ਬੱਲੇ ਬੱਲੇ ਹੋ ਗਈ, ਸਾਨੂੰ ਜੱਫੀ ਪਾ ਲਈ, ਸਾਡਾ ਹੱਥ ਮਿਲਾ ਲਿਆ, ਸਾਡੇ ਨਾਲ ਫੋਟੋ ਕਰਾ ਲਈ, ਹੋਰ ਮੈਨੂੰ ਕੀ ਚਾਹੀਦਾ। ਇਹ ਗੱਲ ਮੈਨੂੰ ਇੰਨੀ ਜ਼ਿਆਦਾ ਬਾਦਰ ਕਰ ਰਹੀ ਹੈ ਨਾ, ਬਹੁਤ ਜ਼ਿਆਦਾ। ਤੁਸੀਂ ਆਪਣਾ ਤੇ ਆਪਣੀ ਨਸਲ ਦੇ ਆਉਣ ਵਾਲੇ ਸਮੇਂ ਦਾ ਭਵਿੱਖ ਇੱਕ ਫੋਟੋ ਤੇ ਹੱਥ ਮਿਲਾਉਣ ਤੱਕ ਲਾਤਾ। ਤੁਹਾਨੂੰ ਯਾਦ ਹੋਣਾ ਜਸਟਨ ਟਰੂਡੋ ਜਦੋਂ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣੇ ਸੀ, जी ਸੈਲਫੀ ਦਾ ਕਿੰਨਾ ਜ਼ਿਆਦਾ ਕਰੇਜ਼ ਸੀ। बिल्कुल। हाँ जी। ਔਰ ਕਿਤੇ ਇਹ ਨਾ ਹੋਵੇ, ਔਰ ਇਹ ਹੁੰਦਾ ਹੈ, ਯਾਦ ਰਹੇ ਇਹ ਹੁੰਦਾ ਹੈ। ਅਗਰ ਤੁਸੀਂ ਖੁਦ ਲਾਮਬੰਦ ਔਰ ਖੁਦ ਸਤਰਕ ਨਹੀਂ ਹੁੰਦੇ ਕਿ ਤੁਹਾਡੇ ਕੀ ਫਰਜ਼ ਨੇ ਤੇ ਕੀ ਹੱਕ ਨੇ, ਫਿਰ ਬਾਅਦ ਦੇ ਵਿੱਚ ਉਹੀ ਫੋਟੋਆਂ ਕੁਝ ਸਮਾਂ ਉਹਨਾਂ ਨੂੰ ਦੇਖ ਕੇ ਤੁਸੀਂ ਖੁਸ਼ ਹੁੰਦੇ ਹੋ, ਕੁਝ ਸਮਾਂ ਪੈਣ ਤੋਂ ਬਾਅਦ ਤੁਹਾਡੇ ਪਛਤਾਵੇ ਦਾ ਸਬੱਬ ਬਣਦੀਆਂ ਨੇ। ਫਿਰ ਉਹੀ ਫੋਟੋਆਂ ਦੇਖ ਦੇਖ ਕੇ ਤੁਸੀਂ ਪਛਤਾਉਂਦੇ ਵੀ ਹੋ। ਕਾਰਨ ਕੀ ਹੁੰਦਾ ਕਿ ਉਸ ਟਾਈਮ ਦੇ ਉੱਤੇ ਜੇ ਆਹ ਅਕਲ ਕੀਤੀ ਹੁੰਦੀ ਤਾਂ ਅਕਲ ਕੀਤੀ ਹੁੰਦੀ ਤਾਂ ਮੈਨੂੰ ਪਤਾ ਹੈ ਇਹ ਆਈ ਹੋਈ ਜਿਹੜੀ ਤਬਦੀਲੀ ਆ, ਬਹੁਤ ਸਾਰੇ ਪੋਲੀਟੀਸ਼ੀਅਨ ਨੂੰ ਇਹ ਹਾਜ਼ਮ ਨਹੀਂ ਹੋ ਰਹੀ। ਸਮ ਆਫ them even don't know how to handle it। जी। ਕੁਝ ਨੂੰ ਇਹ ਵੀ ਨਹੀਂ ਪਤਾ ਵੀ ਆਈ ਹੋਈ ਤਬਦੀਲੀ ਨੂੰ ਅਸੀਂ ਹੈਂਡਲ ਕਿਵੇਂ ਕਰੀਏ। ਪਰ ਜਿਹੜੇ ਸਿਆਣੇ ਪੋਲੀਟੀਸ਼ੀਅਨ ਉਹ ਬੜੀ ਚੰਗੀ ਤਰ੍ਹਾਂ ਸਤਰਕ ਹੋ ਚੁੱਕੇ ਨੇ ਵੀ ਹੁਣ ਸਾਡਾ ਵੋਟਰ ਹੈ ਜਿਹੜਾ ਉਹ ਸਿਰਫ ਔਰ ਸਿਰਫ ਆਪਣਾ ਐਥਨਿਕ ਭਾਈਚਾਰੇ ਜਾਂ ਕਿਸੇ ਮਫਾਦ ਦੇ ਅੰਤਰਗਤ ਹੀ ਨਹੀਂ ਚੱਲਣਾ। ਉਹ ਦਾਰੋਮਦਾਰ ਲੰਘ ਗਿਆ जी। ਉਹ ਦਾਰੋਮਦਾਰ ਲੰਘ ਗਿਆ। ਲੋਕਾਂ ਨੇ ਪਿੱਟ ਕੇ ਇਸ ਗੱਲ ਦਾ ਬਾਰ-ਬਾਰ ਸਾਡੇ ਪਾਸ ਵੀ ਸ਼ਿਕਾਇਤਾਂ ਕੀਤੀਆਂ, ਸਾਡੇ ਪਾਸ ਵੀ ਉਹ ਪਹੁੰਚ ਕਰਦੇ ਰਹੇ ਕਿ ਪੁਰਾਣੇ ਵਾਲਾ ਸਿਸਟਮ ਇੱਥੇ ਦੀ ਰਾਜਨੀਤੀ ਦੇ ਵਿੱਚ ਲਾਇਆ ਹੈ, ਉਹ ਪਛਤਾਉਣਾ ਪਊਗਾ। ਮੈਨੂੰ ਇਹ ਤੱਕ ਯਾਦ ਆ 20 ਸਾਲ ਪਹਿਲਾਂ ਦੇ ਕਾਲਰਾਂ ਦੀਆਂ ਗੱਲਾਂ। जी। ਇਹ ਭੈਣ ਜੀ ਔਰ ਉਹਨਾਂ ਕਾਲਰਸ ਦੇ ਪਿੱਛੇ ਫਿਰ 5-4 ਹੋਰ ਇਕੱਠੇ ਹੋ ਜਾਂਦੇ ਕਾਲਰ, ਉਹਨਾਂ ਦੇ ਮਗਰ ਪੈ ਜਾਂਦੇ। ਭੈਣ ਜੀ ਜਿਹੜਾ ਇਹ ਇੰਡੀਆ ਵਾਲੀ ਰਾਜਨੀਤੀ ਸ਼ੁਰੂ ਕਰ ਲਈ ਇੱਥੇ, ਇਹ ਪਛਤਾਵਾਂਗੇ ਆਪਾਂ, ਕਿਉਂਕਿ ਸੁਭਾਅ ਦੇ ਵਿੱਚ ਇਹ ਹੈ ਵੀ ਬ੍ਰੇਕਾਂ ਨਹੀਂ ਲਾਉਣੀਆਂ ਆਉਂਦੀਆਂ। ਔਰ ਇਹ ਫੈਕਟ ਹੈ। ਔਰ ਹੁਣ ਜਿਹੜੇ ਲੋਕ ਨੇ ਉਹ ਇਸ ਗੱਲ ਦੇ ਉੱਤੇ ਜ਼ਿਆਦਾ ਸਤਰਕ ਨੇ। ਪਰ ਇਹਦੇ ਨਾਲ ਨਾਲ ਇੱਕ ਹੋਰ ਪੰਗਾ ਪੈ ਗਿਆ ਇਸ ਗੱਲ ਦਾ ਕਿ ਪੋਲੀਟੀਸ਼ੀਅਨ ਬੀਇੰਗ ਪੋਲੀਟੀਸ਼ੀਅਨ, ਭਾਰਤ ਦੀ ਰਾਜਨੀਤੀ ਵਾਲੀ ਸੋਚ ਰੱਖਣ ਵਾਲੇ ਜਿਹੜੇ ਕੁਛ ਹੈਗੇ, ਉਹ ਕਿਸੇ ਵੀ ਗਰੋਹ ਦੇ ਨਿੱਜੀ ਮਫਾਦ ਨੂੰ ਪਕੜ ਲੈਂਦੇ ਆ। ਆਸ਼ਨ जी। ਉਸ ਨਿੱਜੀ ਮਫਾਦ ਨੂੰ ਪਕੜ ਕੇ ਉਹਨਾਂ ਦੀ ਕਮਜ਼ੋਰੀ ਤੇ ਉਹਨਾਂ ਦੀ ਗਮ ਦੀ ਪੂਰਤੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਪੇਸ਼ ਕਰਦੇ ਆ, ਜਦੋਂ ਕਿ ਪੋਲੀਟੀਸ਼ੀਅਨ ਹੋਣ ਦੇ ਨਾਤੇ ਉਹਨਾਂ ਦਾ ਇਹ ਫਰਜ਼ ਬਣਦਾ ਕੰਮ ਕਰਦਾ। ਉਦਾਹਰਨ ਦੇ ਤੌਰ ਤੇ ਵਿੱਚ ਚਿੱਠੀਆਂ ਤੇ ਹੀ ਆਉਂਦੀਆਂ ਚੱਲ। ਮੇਰੇ ਇਲਾਕੇ ਦਾ MP ਹੈ, ਮੈਨੂੰ ਕਿਸੇ ਗੱਲ ਲਈ ਉਹਦੇ ਵੱਲੋਂ ਸਪੋਰਟ ਲੈਟਰ ਜਾਂ ਐਕਨੋਲੇਜਮੈਂਟ ਜਿਹੜੀ ਲੈਟਰ ਆ ਉਹਨੂੰ ਚਾਹੀਦਾ ਵੀ ਮੈਂ ਹਾਂ ਇੱਥੇ ਦਾ ਬਸਿੰਦਾ ਹਾਂ, ਤਾਂ ਇਹ ਮੇਰਾ ਨਾਗਰਿਕ ਹੋਣ ਦੇ ਨਾਤੇ ਹੱਕ ਬਣਦਾ। बिल्कुल। ਔਰ ਚਿੱਠੀ ਦੀ ਵੀ ਵਕੀਲਾਂ ਵੱਲੋਂ ਲਿਖੀ ਹੋਈ ਭਾਸ਼ਾ ਹੈ, ਔਰ ਉਹਦੇ ਤੇ ਸਿਰਫ ਤੁਹਾਡਾ ਨਾਂ ਹੀ ਭਰਨਾ ਹੁੰਦਾ, ਹੋਰ ਕੁਝ ਨਹੀਂ।
ਉਹ ਨਿਰਧਾਰਤ ਆਲਰੇਡੀ ਉਲੀਕੀ ਹੋਈ ਹੈ। ਜਦੋਂ ਚਿੱਠੀਆਂ $5,000 ਦੀਆਂ ਵਿਕਣ ਲੱਗੀਆਂ ਸੀ, ਸਵਾਲ ਉਦੋਂ ਸ਼ੁਰੂ ਹੋ ਗਿਆ ਸੀ ਕਿ ਹਾਂ ਇਹ ਪੁਰਾਣੀ ਜਿਹੜੀ ਉੱਥੇ ਦੀ ਗੰਦੀ ਰਾਜਨੀਤੀ ਆ ਉਹ ਇੱਥੇ ਆ ਗਈ। ਲੋਕਾਂ ਨੇ ਪੋਲੀਟੀਕਲ ਫੀਲਡ ਨੂੰ ਆਪਣੇ ਨਿੱਜੀ ਮਫਾਦ ਭਾਵ ਆਪਣੀ ਆਰਥਿਕਤਾ ਨੂੰ ਗੈਟ ਰਿਚ ਸੂਨ ਵਾਲੀ ਜਿਹੜੀ ਮਨਸ਼ਾ ਉਸ ਦੇ ਪ੍ਰਗਟਾਵੇ ਮਨਸ਼ਾ ਦੀ ਪੂਰਤੀ ਦੇ ਅੰਤਰਗਤ ਇਹਨਾਂ ਨੇ ਇੱਥੇ ਆ ਕੇ BC 'ਚ ਸਾਡੇ ਸੂਬੇ ਦੇ ਵਿੱਚ ਵੀ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਔਰ ਕਈਆਂ ਨੂੰ ਉਹਨਾਂ ਦੇ ਅਵਜਾਨੇ ਭੁਗਤਣੇ ਪਏ ਆ ਵੱਡੀ ਪੱਧਰ ਦੇ ਉੱਤੇ, ਵੱਡੀ ਪੱਧਰ ਦੇ ਉੱਤੇ ਭੁਗਤਣੇ ਪਏ ਆ। ਔਰ ਕਈਆਂ ਨੇ ਉਸੇ ਚਿੱਠੀ ਨੂੰ ਆਪਣਾ ਪੂਰਾ ਵਪਾਰ ਬਣਾ ਲਿਆ, ਕੈਸ਼ ਫਲੋ ਦਾ ਸਾਧਨ ਬਣਾ ਲਿਆ। ਕਈ ਲੇਅਰਸ ਦੇ ਹੇਠਾਂ ਜਿਹੜੀਆਂ ਚਿੱਠੀਆਂ ਦੇ ਆਦਾਨ ਪ੍ਰਦਾਨ ਸ਼ੁਰੂ ਹੋ ਗਏ। ਜਦੋਂ ਕਿ ਐਕਨੋਲੇਜਮੈਂਟ ਹੈ, ਇਹਦਾ ਮਤਲਬ ਜਿਹੜਾ ਪੋਲੀਟੀਸ਼ੀਅਨ ਆ ਉਹ ਜਿਤਨੀ ਦੇਰ ਤੱਕ ਤੁਹਾਨੂੰ ਮੈਨੂਪਲੇਟ ਕਰ ਸਕਦਾ ਉਹ ਕਰਦਾ ਹੈ। ਫਿਰ ਉਸ ਤੋਂ ਬਾਅਦ ਇਹ ਵੀ ਸ਼ੁਰੂ ਹੋ ਗਿਆ ਵੀ ਉਹ ਚਿੱਠੀਆਂ ਦੇ ਇਵਜ਼ ਦੇ ਵਿੱਚ ਸਿੱਧੀ ਕੈਸ਼ ਨਹੀਂ ਬਲਕਿ ਅਸਿੱਧੇ ਤੌਰ ਤੇ ਕੈਸ਼ ਜਾਂ ਫਿਰ ਹੋਰ ਜਿਹੜੀਆਂ ਫੇਵਰਸ ਨੇ ਉਹਨਾਂ ਲੈਣ ਦਾ ਬਾਜ਼ਾਰ ਆ ਜਿਹੜਾ ਉਹ ਸਰਗਰਮ ਹੋਣਾ ਸ਼ੁਰੂ ਹੋ ਗਿਆ। ਅਰੇ ਸਰਗਰਮੀ ਉਦੋਂ ਥੋੜੀ ਜਿਹੀ ਘਟੀ ਜਦੋਂ LMIA ਵਿਕਣ ਲੱਗ ਗਏ। ਔਰ ਉਹ LMIA ਦੇ ਵਿਕਣ ਦੀ ਪ੍ਰਕਿਰਿਆ ਜਿਹੜੀ ਆ ਉਹ ਜਿਹੜੀ ਜੁੰਡਲੀ ਇਕੱਠੀ ਹੋਈ ਔਰ ਉਹਦੇ ਵਿੱਚ ਇਮੀਗ੍ਰੇਸ਼ਨ ਕੰਸਲਟੈਂਟਸ, ਵਿਚਕਾਰ ਵਾਲੇ ਲੋਕ ਤੇ ਪੋਲੀਟੀਸ਼ੀਅਨ ਇਮੇਜਿਨ ਕਰੋ ਕਿ ਜਿਹੜਾ ਸਮਾਂ ਜਿਹੜੀ એનર્ਜੀ ਤੁਸੀਂ ਸਮੂਹਕ ਤੌਰ ਦੇ ਉੱਤੇ ਜਨਤਾ ਦੇ ਹਿੱਤ ਦੇ ਵਿੱਚ ਲਗਾਣੀ ਹੈ ਉਹ ਤੁਹਾਨੂੰ ਆਪਣੀ ਨੈਟ ਵਰਥ ਵਧਾਉਣ ਦੇ ਵਿੱਚ ਤੁਸੀਂ ਲੱਗੇ ਹੋਏ ਹੋ। ਕੀ ਗੱਲ ਕੈਨੇਡੀਅਨ ਸਰਕਾਰ ਤੁਹਾਨੂੰ ਘੱਟ ਪੈਸੇ ਦਿੰਦੀ ਹੈ? ਕੈਨੇਡੀਅਨ ਸਰਕਾਰ ਤੁਹਾਡੀਆਂ ਤਨਖਾਹਾਂ ਤੇ ਭੱਤੇ ਵਾਧੂ ਦਿੰਦੀ ਹੈ। ਇੱਕ ਆਮ ਕੈਨੇਡੀਅਨ ਨਾਗਰਿਕ ਨਾਲੋਂ ਜ਼ਿਆਦਾ ਪ੍ਰਦਾਨ ਕੀਤਾ ਜਾਂਦਾ ਹੈ, ਜਿਹਦੇ ਨਾਲ ਤੁਸੀਂ ਇੱਕ ਸੁਚੱਜਾ ਇਮਾਨਦਾਰ ਜਿਹੜਾ ਜੀਵਨ ਆ ਕੋਈ ਵੀ ਪੋਲੀਟੀਸ਼ੀਅਨ ਉਹ ਬਤਾ ਸਕਦਾ ਹੈ। ਬਾਕੀ ਜਿਹੜੇ ਅਯਾਸ਼ੀਆਂ ਨੇ ਉਹ ਤਾਂ ਰਾਜਿਆਂ ਮਹਾਰਾਜਿਆਂ ਦੀਆਂ ਨਹੀਂ ਪੂਰੀਆਂ ਹੁੰਦੀਆਂ। ਪਬਲਿਕ ਸਰਵੈਂਟਸ ਦੀਆਂ ਤਾਂ ਕੀ ਕਹਿਣਾ। ਇਹ ਯੋਜਨਾਬੱਧ ਤਰੀਕੇ ਦੇ ਨਾਲ ਆਈ ਹੋਈ ਜਿਹੜੀ ਕਰਪਸ਼ਨ ਹੈ ਉਸਨੇ ਇਹੋ ਜਿਹਾ ਦਾਗ ਲਗਾ ਦਿੱਤਾ ਪੋਲੀਟੀਕਲ ਖੇਤਰ ਦੇ ਵਿੱਚ, ਖਾਸ ਤੌਰ ਦੇ ਉੱਤੇ ਸਾਡੇ ਆਪਣੇ ਪੋਲੀਟੀਸ਼ੀਅਨ ਦੀ ਕਾਰਗੁਜ਼ਾਰੀ ਦੇ ਉੱਤੇ, ਜਿਹੜਾ ਕਿ ਮੈਨੂੰ ਯਾਦ ਹੈ ਵੀ 25 ਸਾਲ ਪਹਿਲਾਂ ਕਨਸੂਆਂ ਸ਼ੁਰੂ ਹੋਈਆਂ ਸੀ। ਜਦੋਂ ਆ ਕੇ ਮੈਂ ਰੇਡੀਓ ਤੇ ਕੰਮ ਕਰਦੀ ਸੀ, ਮੈਨੂੰ ਆ ਕੇ ਲੋਕ ਦੱਸਦੇ, ਮੈਂ ਕਹਿੰਦੀ ਸੀ ਸਬੂਤ ਲੈ ਆਓ। ਔਰ ਫਿਰ 20 ਸਾਲ ਪਹਿਲਾਂ ਦਾ ਨਾਚ ਸ਼ੁਰੂ ਹੋ ਗਿਆ। 10 ਸਾਲਾਂ ਤੋਂ ਜੀ तांडव नाच हो रहा है। वैसे दीदी आपने बात एक बहुत कीमती की, पॉलिटिशियंस का स्टाइल अपने मुल्क, जिस मुल्क में पैदा हुए उस मुल्क के पॉलिटिकल स्टाइल, ख़ास तौर से वी विल टॉक अबाउट इंडिया, इंडिया के पॉलिटिक्स का स्टाइल का यहाँ पर लाकर, आई शुड से पंजाब पॉलिटिक्स का स्टाइल लाकर यहाँ पर वो खेल खेलना, वो पॉलिटिकल गेम खेलना, वी डोंट लाइक इट, कैनेडियंस डोंट लाइक इट। अगर आपको पंजाब की पॉलिटिक्स इतना ही ज़्यादा पसंद है तो पंजाब के बसिंदे रहते, वहाँ पॉलिटिक्स खेल लेते, वहाँ अपनी जो राजनीति चालाकियाँ हैं वहाँ कर लेते। Why do you have to bring it to this country? इस मुल्क में बहुत ही डिफरेंट तरीके के पॉलिटिक्स देखा गया था, लेकिन अब सारा कुछ जो हम देख रहे हैं, जो सुन रहे हैं, तारे कनेक्शंस यहाँ से स्ट्रेट पंजाब जा रहे हैं, वहाँ से इन्फ्लुएंस हो रहा है कि किसको वोट देना किसको नहीं देना। ये हमारे मुल्क के लिए सही नहीं है, कनाडा के लिए सही नहीं है। पंजाब के पॉलिटिक्स पंजाब में ही रहने दो, डोंट ब्रिंग इट हियर। अगर आप लोगों को इतना ही पंजाब पॉलिटिक्स खेलना है तो फिर पंजाब में जाकर पॉलिटिशियंस बनो, देखो दम है कि नहीं है। पंजाब में कोई आपको पॉलिटिकल वर्ल्ड के नेड़े भी जाने देते हैं या नहीं देते, ये भी बात है। दे नो whom to choose and whom not to choose। हो सकता है हमारे यहाँ पॉलिटिकल पार्टीज़ के जो मुखी है वो हमारे कल्चर के बारे में ज़्यादा नहीं जानते हैं, सो दे पिक द रॉन्ग एप्पल्स। लेकिन पंजाब में तो इसके बारे में बहुत अच्छी तरह पता होता है। देख लो आपको सीट देते हैं या नहीं देते हैं पंजाब पॉलिटिक्स में। ये सारी बातें
ज़रूर सोचने वाली है। खैर दोस्तों, प्रोग्राम में वापस आते हैं कुछ व्यापारिक संदेशों के बाद। साथ ज़रूर देते रहिए, सुनते रहिए www.mwlive.ca। ले पहले केक ऑर्डर करा, फिर वैंकूवर जावा, वापस सरे आना, फिर तक